ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਜਗਮੀਤ ਸਿੰਘ ਕਰਨਗੇ ਫੋਨ ਅਤੇ ਇੰਟਰਨੈਟ ਬਿੱਲਾਂ ਦੇ ਵਿੱਚ ਕਟੌਤੀ। ਜਗਮੀਤ ਸਿੰਘ ਨੇ ਕਿਹਾ ਕਿ ਟਰੂਡੋ ਨੇ ਨਹੀਂ ਕੀਤੇ ਵਾਅਦੇ ਪੂਰੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਐਲਾਨ, ਜਾਣੋ ਕਿਹੜੇ ਟੈਕਸਾਂ ਦੇ ਵਿੱਚ ਹੋਵੇਗਾ ਵਾਧਾ। ਬਾਰਡਰ ਰਾਹੀਂ ਕੈਨੇਡਾ ਦੇ ਵਿੱਚ ਦਾਖਲ ਹੋਏ ਵਾਦੀ ਯਾਤਰੀ। ਕੈਨੇਡਾ ਆਉਣ ਵਾਲੇ ਅਮਰੀਕੀਆਂ ਦੀ ਵਧੀ ਗਿਣਤੀ। ਏਅਰ ਕੈਨੇਡਾ ਹੋਈ ਸਖਤ, ਹੁਣ ਮੰਨਣਾ ਹੋਵੇਗਾ ਨਿਯਮ। ਅਫਗਾਨਿਸਤਾਨ ਬਾਰੇ ਟਰੂਡੋ ਦਾ ਵੱਡਾ ਬਿਆਨ, ਕਿਹਾ ਹੁਣ ਕੈਨੇਡਾ ਦੇ ਕੋਲ ਬਚਿਆ ਹੈ ਘੱਟ ਸਮਾਂ। ਐਨਡੀਪੀ ਲੀਡਰ ਜਗਮੀਤ ਸਿੰਘ ਅੱਜ ਚੋਣ ਪ੍ਰਚਾਰ ਦੇ ਦੌਰਾਨ ਵਿੰਡਸਰ ਦੇ ਵਿੱਚ ਮੌਜੂਦ ਸਨ, ਜਿੱਥੇ ਉਹਨਾਂ ਵੱਲੋਂ ਕੈਨੇਡਾ ਵਾਸੀਆਂ ਦੇ ਲਈ ਇੱਕ ਖਾਸ ਯੋਜਨਾ ਸਾਂਝੀ ਕੀਤੀ ਗਈ ਹੈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਦੇ ਵਿੱਚ ਉਹਨਾਂ ਦੀ ਸਰਕਾਰ ਬਣੇਗੀ ਤਾਂ ਫਿਰ ਫੋਨ ਅਤੇ ਇੰਟਰਨੈਟ ਦੇ ਬਿੱਲਾਂ ਦੇ ਵਿੱਚ ਕਟੌਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਜੋ ਵਾਅਦਾ ਉਹਨਾਂ ਦੀ ਸਰਕਾਰ ਵੱਲੋਂ ਇਸ ਨਾਲ ਸੰਬੰਧਿਤ ਕੀਤਾ ਗਿਆ ਸੀ ਉਹ ਪੂਰਾ ਨਹੀਂ ਹੋਇਆ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਚੋਣ ਪ੍ਰਚਾਰ ਦੌਰਾਨ ਕੈਨੇਡਾ ਵਾਸੀਆਂ ਦੇ ਨਾਲ ਸੈੱਲਫੋਨ ਅਤੇ ਇੰਟਰਨੈਟ ਬਿੱਲ ਦੇ ਨਾਲ ਜੁੜਿਆ ਹੋਇਆ ਇੱਕ ਵੱਡਾ ਐਲਾਨ ਕੀਤਾ ਗਿਆ, ਜਿੱਥੇ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸੈੱਲਫੋਨ ਅਤੇ ਇੰਟਰਨੈਟ ਬਿੱਲ ਦੇ ਵਿੱਚ ਕਟੌਤੀ ਕੀਤੀ ਜਾਵੇਗੀ। ਦਰਅਸਲ ਜਗਮੀਤ ਸਿੰਘ ਆਪਣੇ ਚੋਣ ਪ੍ਰਚਾਰ ਦੌਰਾਨ ਵਿੰਡਸਰ ਦੇ ਵਿੱਚ ਮੌਜੂਦ ਸਨ, ਜਿੱਥੇ ਉਹਨਾਂ ਵੱਲੋਂ ਸੈੱਲਫੋਨ ਅਤੇ ਇੰਟਰਨੈਟ ਬਿੱਲ ਦੇ ਨਾਲ ਸੰਬੰਧਿਤ ਆਪਣੀ ਯੋਜਨਾ ਸਾਂਝੀ ਕੀਤੀ ਗਈ। ਜਗਮੀਤ ਸਿੰਘ ਵੱਲੋਂ ਜੋ ਯੋਜਨਾ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਕ $1000 ਤੱਕ ਬਚਾਏ ਜਾਣਗੇ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਦੇ ਨਾਲ ਸੰਬੰਧਿਤ ਕੈਨੇਡਾ ਵਾਸੀਆਂ ਦੇ ਨਾਲ ਕਈ ਵਾਅਦੇ ਕੀਤੇ ਗਏ, ਪਰ ਉਹਨਾਂ ਵੱਲੋਂ ਅਸਲ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸੈੱਲਫੋਨ ਅਤੇ ਇੰਟਰਨੈਟ ਕੈਨੇਡਾ ਵਾਸੀਆਂ ਦੇ ਲਈ ਲਗਜ਼ਰੀ ਨਹੀਂ ਬਲਕਿ ਜ਼ਰੂਰਤ ਹਨ। ਵੱਡੀ ਗਿਣਤੀ ਕੈਨੇਡੀਅਨਸ ਨੂੰ ਇਸ ਦੇ ਲਈ ਹਰ ਮਹੀਨੇ ਕਈ ਡਾਲਰ ਅਦਾ ਕਰਨੇ ਪੈਂਦੇ ਨੇ ਅਤੇ ਅਜਿਹਾ ਗਲਤ ਹੈ ਕਿਉਂਕਿ ਪੈਂਡੈਮਿਕ ਨੇ ਸਾਨੂੰ ਕਾਫੀ ਕੁਝ ਸਿਖਾ ਦਿੱਤਾ ਹੈ। ਜਗਮੀਤ ਸਿੰਘ ਨੇ ਕਿਹਾ ਕਿ ਸਾਲ 2019 ਦੇ ਵਿੱਚ ਜਸਟਿਨ ਟਰੂਡੋ ਵੱਲੋਂ ਕੈਨੇਡਾ ਵਾਸੀਆਂ ਦੇ ਨਾਲ ਵਾਅਦਾ ਕੀਤਾ ਗਿਆ ਕਿ ਉਹਨਾਂ ਵੱਲੋਂ ਸੈੱਲ ਫੋਨ ਦੇ ਬਿੱਲਾਂ ਦੇ ਵਿੱਚ $1000 ਦੀ ਕਟੌਤੀ ਕੀਤੀ ਜਾਵੇਗੀ, ਪਰ ਉਹਨਾਂ ਵੱਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਇਸ ਦੇ ਵਾਸਤੇ $200 ਤੱਕ ਅਦਾ ਕਰਨੇ ਪੈ ਰਹੇ ਨੇ। ਇਸ ਤੋਂ ਬਾਅਦ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਦੇ ਵਿੱਚ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਵੱਲੋਂ ਸੈੱਲਫੋਨ ਅਤੇ ਇੰਟਰਨੈਟ ਬਿੱਲਸ ਦੇ ਵਿੱਚ ਕਟੌਤੀ ਕੀਤੀ ਜਾਵੇਗੀ ਤੇ ਉਹਨਾਂ ਵੱਲੋਂ ਕੰਪਨੀਆਂ ਨੂੰ ਕਿਹਾ ਜਾਵੇਗਾ ਕਿ ਵਾਇਰਲੈਸ ਅਤੇ ਬ੍ਰੌਡਬੈਂਡ ਦੇ ਵਾਸਤੇ ਕੈਨੇਡਾ ਵਾਸੀਆਂ ਨੂੰ ਬੇਸਿਕ ਪਲਾਨ ਆਫਰ ਕੀਤੇ ਜਾਣ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਚੋਣ ਪ੍ਰਚਾਰ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੌਜੂਦ ਸਨ, ਜਿੱਥੇ ਉਹਨਾਂ ਵੱਲੋਂ ਕੈਨੇਡਾ ਵਾਸੀਆਂ ਦੇ ਨਾਲ ਇੱਕ ਹੋਰ ਵੱਡਾ ਵਾਅਦਾ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਉਹਨਾਂ ਦੀ ਸਰਕਾਰ ਬਣੇਗੀ ਤਾਂ ਵੱਡੇ ਫਾਈਨੈਂਸ਼ੀਅਲ ਅਦਾਰਿਆਂ ਨੂੰ ਲੱਗਣ ਵਾਲਾ ਟੈਕਸ ਉਸ ਦੇ ਵਿੱਚ ਵਾਧਾ ਕੀਤਾ ਜਾਵੇਗਾ। ਕੈਨੇਡਾ ਦੇ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਿਆਸੀ ਲੀਡਰਾਂ ਵੱਲੋਂ ਕੈਨੇਡਾ ਵਾਸੀਆਂ ਦੇ ਲਈ ਕਈ ਵੱਡੇ ਐਲਾਨ ਕੀਤੇ ਜਾ ਰਹੇ ਨੇ। ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਲੀਡਰ ਜਸਟਿਨ ਟਰੂਡੋ ਵੱਲੋਂ ਵੀ ਕੈਨੇਡਾ ਵਾਸੀਆਂ ਦੇ ਨਾਲ ਇੱਕ ਹੋਰ ਵਾਅਦਾ ਕੀਤਾ ਗਿਆ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚੋਣ ਪ੍ਰਚਾਰ ਦੌਰਾਨ ਬ੍ਰਿਟਿਸ਼ ਕੋਲੰਬੀਆ ਪਹੁੰਚੇ, ਜਿੱਥੇ ਉਹਨਾਂ ਨੇ ਕਿਹਾ ਕਿ ਜੇਕਰ ਕੈਨੇਡਾ ਦੇ ਵਿੱਚ ਦੁਬਾਰਾ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਕੈਨੇਡਾ ਦੇ ਵੱਡੇ ਅਤੇ ਮੁਨਾਫਾ ਕਮਾਉਣ ਵਾਲੇ ਫਾਈਨੈਂਸ਼ੀਅਲ ਅਦਾਰਿਆਂ ਦੇ ਉੱਪਰ ਲੱਗਣ ਵਾਲੇ ਕਾਰਪੋਰੇਟ ਟੈਕਸਾਂ ਦੇ ਵਿੱਚ ਉਹਨਾਂ ਵੱਲੋਂ ਵਾਧਾ ਕੀਤਾ ਜਾਵੇਗਾ ਤਾਂ ਕਿ ਕਈ ਬਿਲੀਅਨ ਡਾਲਰ ਦੇ ਹਾਊਸਿੰਗ ਪਲਾਨ ਨੂੰ ਪੂਰਾ ਕਰਨ ਦੇ ਵਿੱਚ ਮਦਦ ਮਿਲ ਸਕੇ। ਟਰੂਡੋ ਨੇ ਕਿਹਾ ਕਿ ਕੈਨੇਡਾ ਦੇ ਵੱਡੇ ਬੈਂਕ ਅਤੇ ਇੰਸ਼ੋਰੈਂਸ ਕੰਪਨੀਆਂ ਬਾਕੀ ਕੰਪਨੀਆਂ ਦੇ ਮੁਕਾਬਲੇ ਕੋਵਿਡ ਸੰਕਟ ਦੇ ਦੌਰਾਨ ਬਿਹਤਰ ਤਰੀਕੇ ਦੇ ਨਾਲ ਰਿਕਵਰ ਹੋਈਆਂ ਨੇ, ਜਿਸ ਕਰਕੇ ਪੈਂਡੈਮਿਕ ਤੋਂ ਬਾਅਦ ਦੇ ਕੁਝ ਅਹਿਮ ਪ੍ਰੋਜੈਕਟ ਦੇ ਵਿੱਚ ਉਹਨਾਂ ਨੂੰ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਨਾਲ ਹੀ ਕਿਹਾ ਕਿ ਜੇਕਰ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ 1 ਬਿਲੀਅਨ ਤੋਂ ਵੱਧ ਦੀ ਬੈਂਕਾਂ ਅਤੇ ਇੰਸ਼ੋਰੈਂਸ ਕੰਪਨੀਆਂ ਦੀ ਆਮਦਨ ਤੇ ਲੱਗਣ ਵਾਲੇ ਕਾਰਪੋਰੇਟ ਟੈਕਸ ਨੂੰ 15% ਤੋਂ ਵਧਾ ਕੇ 18% ਕਰ ਦਿੱਤਾ ਜਾਵੇਗਾ। ਇਸ ਵਾਧੂ ਟੈਕਸ ਤੋਂ ਜਮ੍ਹਾਂ ਹੋਣ ਵਾਲੀ ਰਾਸ਼ੀ ਮਿਡਲ ਕਲਾਸ ਲੋਕਾਂ ਦੀ ਹਾਊਸਿੰਗ ਜ਼ਰੂਰਤਾਂ ਦੇ ਲਈ ਖਰਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੈਨੇਡਾ ਰਿਕਵਰੀ ਡਿਵੀਡੈਂਡ ਨਾਮ ਦੇ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਬਾਰੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਦੇ ਤਹਿਤ ਵੱਡੇ ਫਾਈਨੈਂਸ਼ੀਅਲ ਅਦਾਰਿਆਂ ਨੂੰ ਕੈਨੇਡਾ ਦੀ ਰਿਕਵਰੀ ਦੇ ਲਈ ਅਗਲੇ 4 ਸਾਲਾਂ ਦੇ ਵਿੱਚ ਵਧੇਰੇ ਯੋਗਦਾਨ ਪਾਉਣ ਦੇ ਲਈ ਨਿਰਦੇਸ਼ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਹਨਾਂ ਦੋਵੇਂ ਮਹੱਤਵਪੂਰਨ ਕਦਮਾਂ ਦੇ ਲਈ ਅਗਲੇ 4 ਸਾਲਾਂ ਦੌਰਾਨ ਸਾਲਾਨਾ ਘੱਟੋ-ਘੱਟ $2.5 ਬਿਲੀਅਨ ਦੀ ਬਚਤ ਹੋਵੇਗੀ। During this pandemic, Canadians all tightened their belts. Canadians made tremendous sacrifices, and that includes many, many small businesses who had a really tough go of it, but who held on
and made it through and are looking forward for a strong recovery. That wasn't the case for everyone. Our financial institutions and our biggest banks did very well during this pandemic, partially because Canadians pulled together, did the right things, and got the support they needed from their governments to get through. So, given that our banks have posted extraordinary large profits, have continued to be incredibly successful, including through a pandemic where everyone else had to tighten their belts, we're going to ask them to do a little bit more. Our banks will continue to be strong and profitable, but we will ensure that they're also doing their part so we can support Canadians who sacrificed so much during this pandemic and build back stronger for everyone. ਕੈਨੇਡਾ ਵੱਲੋਂ ਫੁੱਲੀ ਵੈਕਸੀਨੇਟਡ ਅਮਰੀਕਨਸ ਨੂੰ 9 ਅਗਸਤ ਤੋਂ ਕੈਨੇਡਾ ਦੇ ਵਿੱਚ ਦਾਖਲੇ ਦੀ ਇਜਾਜ਼ਤ ਦਿੱਤੀ ਗਈ। ਬਾਰਡਰ ਖੋਲ੍ਹਣ ਤੋਂ ਬਾਅਦ ਲਗਾਤਾਰ ਕਈ ਅਮਰੀਕਨਸ ਕੈਨੇਡਾ ਘੁੰਮਣ ਦੇ ਵਾਸਤੇ ਆ ਰਹੇ ਹਨ। ਸਰਕਾਰ ਵੱਲੋਂ ਇੱਕ ਅੰਕੜਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਪਹਿਲਾਂ ਦੇ ਮੁਕਾਬਲੇ ਕੈਨੇਡਾ ਆਉਣ ਵਾਲੇ ਅਮਰੀਕਨਸ ਦੀ ਗਿਣਤੀ ਵਧੀ ਹੈ। ਕੈਨੇਡਾ ਵੱਲੋਂ 9 ਅਗਸਤ ਤੋਂ ਫੁੱਲੀ ਵੈਕਸੀਨੇਟਡ ਅਮਰੀਕਨਸ ਦੇ ਲਈ ਆਪਣੇ ਬਾਰਡਰ ਖੋਲ੍ਹੇ ਗਏ, ਜਿਸ ਤੋਂ ਬਾਅਦ ਵੱਧ ਗਿਣਤੀ ਅਮਰੀਕਨਸ ਲਗਾਤਾਰ ਕੈਨੇਡਾ ਦੇ ਵਿੱਚ ਆ ਰਹੇ ਹਨ। ਕੈਨੇਡਾ ਵੱਲੋਂ ਫੁੱਲੀ ਵੈਕਸੀਨੇਟਡ ਅਮਰੀਕਨਸ ਦੇ ਲਈ ਬਾਰਡਰ ਖੋਲ੍ਹਣ ਤੋਂ ਬਾਅਦ ਕੈਨੇਡਾ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਬਾਰੇ ਕੈਨੇਡਾ ਸਰਕਾਰ ਵੱਲੋਂ ਜੋ ਅੰਕੜੇ ਜਾਰੀ ਕੀਤੇ ਗਏ ਉਹਨਾਂ ਦੇ ਮੁਤਾਬਕ 9 ਅਗਸਤ ਤੋਂ 15 ਅਗਸਤ ਦੇ ਦਰਮਿਆਨ ਅਮਰੀਕਾ ਤੋਂ 2,18,732 ਯਾਤਰੀ ਕੈਨੇਡਾ ਦੇ ਵਿੱਚ ਦਾਖਲ ਹੋਏ ਨੇ। ਇਸ ਦੇ ਵਿੱਚ ਕੈਨੇਡੀਅਨ ਅਤੇ ਅਮਰੀਕਨ ਦੋਵਾਂ ਦੀ ਗਿਣਤੀ ਸ਼ਾਮਲ ਹੈ, ਜਿਸ ਦਾ ਮਤਲਬ ਹੈ ਕਿ ਪਿਛਲੇ ਹਫ਼ਤੇ ਦੇ ਮੁਕਾਬਲੇ ਯਾਤਰੀਆਂ ਦੀ ਗਿਣਤੀ ਦੇ ਵਿੱਚ 111% ਦਾ ਵਾਧਾ ਦਰਜ ਕੀਤਾ ਗਿਆ। ਮੌਜੂਦਾ ਸਮੇਂ ਦੇ ਮੁਕਾਬਲੇ ਸਾਲ 2020 ਦੇ ਵਿੱਚ ਇਸੇ ਪੀਰੀਅਡ ਦੌਰਾਨ ਸਿਰਫ 74,562 ਲੋਕ ਹੀ ਬਾਰਡਰ ਦੇ ਰਾਹੀਂ ਕੈਨੇਡਾ ਦਾਖਲ ਹੋਏ ਸਨ। ਜਾਣਕਾਰੀ ਲਈ ਦੱਸੀਏ ਕਿ ਕੋਵਿਡ ਤੋਂ ਪਹਿਲਾਂ ਸਾਲ 2019 ਦੇ ਵਿੱਚ ਇਸੇ ਹਫ਼ਤੇ ਦੌਰਾਨ ਕੈਨੇਡਾ ਆਉਣ ਵਾਲੇ ਅਮਰੀਕਨਸ ਦੀ ਗਿਣਤੀ 1.4 ਮਿਲੀਅਨ ਸੀ। ਕੈਨੇਡਾ ਸਰਕਾਰ ਵੱਲੋਂ ਜੋ ਅਮਰੀਕਨਸ ਦੇ ਬਾਰੇ ਅੰਕੜਾ ਜਾਰੀ ਕੀਤਾ ਗਿਆ, ਜੇਕਰ ਇਸ ਦੇ ਵਿੱਚ ਟਰੱਕ ਡਰਾਈਵਰਸ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਫਿਰ ਇਹ ਗਿਣਤੀ ਕੁੱਲ 3,32,581 ਹੋ ਜਾਵੇਗੀ, ਜੋ ਅਗਸਤ 9 ਤੋਂ 15 ਅਗਸਤ ਦੇ ਵਿਚਕਾਰ ਕੈਨੇਡਾ ਦਾਖਲ ਹੋਏ ਨੇ। ਦੱਸਣਯੋਗ ਹੈ ਕਿ US ਤੋਂ ਕੈਨੇਡਾ ਦਾਖਲ ਹੋਣ ਵਾਲੇ ਸਭ ਤੋਂ ਵੱਧ ਯਾਤਰੀ ਓਨਟਾਰੀਓ ਪਹੁੰਚੇ, ਜਿਨ੍ਹਾਂ ਦੀ ਗਿਣਤੀ 2,06,783 ਹੈ, ਜੋ ਕਿ ਪਿਛਲੇ ਹਫ਼ਤੇ ਦੇ ਮੁਕਾਬਲੇ 54% ਵਾਧਾ ਦਰਜ ਕੀਤਾ ਗਿਆ। ਇਸੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੇ ਆਪਣੇ ਦੇਸ਼ ਵਾਪਸ ਆਏ ਨੇ ਉਹਨਾਂ ਯਾਤਰੀਆਂ ਦੀ ਗਿਣਤੀ 1,11,210 ਦੇ ਕਰੀਬ ਹੈ। ਅਮਰੀਕਾ ਤੋਂ ਆਉਣ ਵਾਲੇ ਇਨ੍ਹਾਂ ਯਾਤਰੀਆਂ ਦੀ ਐਟਲਾਂਟਿਕ ਰੀਜਨ ਦੇ ਵਿੱਚ ਗਿਣਤੀ 99% ਵੱਧ ਹੋਈ ਹੈ। ਇਸੇ ਦੇ ਨਾਲ ਕਿਊਬੈਕ ਦੇ ਵਿੱਚ ਵੀ ਕੈਨੇਡੀਅਨਸ ਦੀ ਗਿਣਤੀ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ। ਇਸ ਵਾਰ 17,990 ਯਾਤਰੀ ਇੱਥੇ ਦਾਖਲ ਹੋਏ ਹਨ। ਜਾਣਕਾਰੀ ਦੇ ਮੁਤਾਬਕ ਜਿਹੜੇ ਅਮਰੀਕਨਸ ਹਵਾਈ ਜਹਾਜ਼ ਦੇ ਰਾਹੀਂ ਕੈਨੇਡਾ ਦਾਖਲ ਹੋਏ ਨੇ ਉਹਨਾਂ ਦੀ ਗਿਣਤੀ ਦੇ ਵਿੱਚ 30% ਦਾ ਵਾਧਾ ਦਰਜ ਕੀਤਾ ਗਿਆ। 에ਅਰ ਕੈਨੇਡਾ ਵੱਲੋਂ ਵੈਕਸੀਨੇਸ਼ਨ ਦੇ ਨਾਲ ਜੁੜਿਆ ਹੋਇਆ ਵੱਡਾ ਐਲਾਨ ਕੀਤਾ ਗਿਆ, ਜਿੱਥੇ 에ਅਰ ਕੈਨੇਡਾ ਦਾ ਕਹਿਣਾ ਹੈ ਕਿ ਸਾਰੇ ਕਰਮਚਾਰੀਆਂ ਦੇ ਲਈ ਕੋਵਿਡ-19 ਵੈਕਸੀਨ ਹਾਸਲ ਕਰਨੀ ਜ਼ਰੂਰੀ ਹੋਵੇਗੀ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਅਨਪੇਡ ਲੀਵ ਦੇ ਉੱਪਰ ਭੇਜ ਦਿੱਤਾ ਜਾਵੇਗਾ। 에ਅਰ ਕੈਨੇਡਾ ਵੱਲੋਂ ਟੈਸਟਿੰਗ ਦਾ ਆਪਸ਼ਨ ਆਪਣੇ ਕਰਮਚਾਰੀਆਂ ਨੂੰ ਨਹੀਂ ਦਿੱਤਾ ਗਿਆ। 에ਅਰ ਕੈਨੇਡਾ ਵੱਲੋਂ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। 에ਅਰ ਕੈਨੇਡਾ ਦਾ ਕਹਿਣਾ ਹੈ ਕਿ ਇੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਲਈ ਕੋਵਿਡ-19 ਵੈਕਸੀਨ ਲਗਾਉਣੀ ਲਾਜ਼ਮੀ ਹੋਵੇਗੀ। ਅਜਿਹਾ ਹੀ ਐਲਾਨ 에ਅਰ ਕੈਨੇਡਾ ਵੱਲੋਂ ਨਿਊ ਹਾਇਰਸ ਦੇ ਵਾਸਤੇ ਵੀ ਕੀਤਾ ਗਿਆ। 에ਅਰ ਕੈਨੇਡਾ ਵੱਲੋਂ ਜੋ ਵੈਕਸੀਨੇਸ਼ਨ ਦੇ ਨਾਲ ਜੁੜਿਆ ਹੋਇਆ ਐਲਾਨ ਕੀਤਾ ਗਿਆ, ਇਸ ਤੋਂ ਬਾਅਦ ਇਹ 에ਅਰਲਾਈਨ ਕੈਨੇਡਾ ਦੀ ਅਜਿਹੀ ਮੇਜਰ 에ਅਰਲਾਈਨ ਬਣ ਗਈ ਹੈ ਜਿਨ੍ਹਾਂ ਵੱਲੋਂ ਆਪਣੇ ਸਾਰੇ ਕਰਮਚਾਰੀਆਂ ਦੇ ਲਈ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੋਰਟਰ 에ਅਰਲਾਈਨ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਦੇ ਕਰਮਚਾਰੀਆਂ ਦੇ ਲਈ ਕੋਵਿਡ-19 ਵੈਕਸੀਨ ਜ਼ਰੂਰੀ ਹੋਵੇਗਾ ਤੇ ਜੇਕਰ ਇਹਨਾਂ ਕਰਮਚਾਰੀਆਂ ਵੱਲੋਂ ਇਹ ਟੀਕਾ ਨਹੀਂ ਲਗਾਇਆ ਜਾਂਦਾ ਤਾਂ ਉਹਨਾਂ ਨੂੰ ਟੈਸਟ ਕਰਵਾਉਣੇ ਹੋਣਗੇ। ਇਸ ਦੇ ਨਾਲ ਹੀ 에ਅਰ ਕੈਨੇਡਾ ਵੱਲੋਂ ਜੋ ਸਟੇਟਮੈਂਟ ਜਾਰੀ ਕੀਤੀ ਗਈ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਰਮਚਾਰੀਆਂ ਨੂੰ ਟੈਸਟਿੰਗ ਦਾ ਆਪਸ਼ਨ ਉਹਨਾਂ ਵੱਲੋਂ ਨਹੀਂ ਦਿੱਤਾ ਜਾ ਰਿਹਾ। 에ਅਰ ਕੈਨੇਡਾ ਦੇ ਐਲਾਨ ਦੇ ਮੁਤਾਬਕ ਕਰਮਚਾਰੀਆਂ ਦੇ ਵਾਸਤੇ ਅਕਤੂਬਰ 30 ਤੋਂ ਪਹਿਲਾਂ ਕੋਵਿਡ-19 ਵੈਕਸੀਨ ਹਾਸਲ ਕਰਨੇ ਜ਼ਰੂਰੀ ਹੋਣਗੇ। ਜਿਹੜੇ ਕਰਮਚਾਰੀ ਕੁਝ ਮੈਡੀਕਲ ਕਾਰਨਾਂ ਦੇ ਕਰਕੇ ਇਹ ਟੀਕਾ ਨਹੀਂ ਲਗਵਾ ਸਕਦੇ ਉਹਨਾਂ ਨੂੰ ਰਾਹਤ ਦਿੱਤੀ ਜਾਵੇਗੀ, ਪਰ ਬਾਕੀਆਂ ਦੇ ਵਾਸਤੇ ਅਜਿਹਾ ਨਹੀਂ ਹੋਵੇਗਾ। ਜੇਕਰ ਕੋਈ ਕਰਮਚਾਰੀ ਕੋਵਿਡ-19 ਵੈਕਸੀਨ ਨਹੀਂ ਲਗਵਾਉਂਦਾ ਤਾਂ ਉਸ ਨੂੰ ਅਨਪੇਡ ਲੀਵ ਦੇ ਉੱਪਰ ਭੇਜਿਆ ਜਾਵੇਗਾ। 에ਅਰ ਕੈਨੇਡਾ ਦੇ ਇਸ ਐਲਾਨ ਦੇ ਨਾਲ 에ਅਰ ਕੈਨੇਡਾ ਰੌਚ ਅਤੇ 에ਅਰ ਕੈਨੇਡਾ ਵੋਕੇਸ਼ਨ ਦੇ ਨਾਲ ਸੰਬੰਧਿਤ ਸਾਰੇ EMPLOYEES ਪ੍ਰਭਾਵਿਤ ਹੋਣਗੇ।
ਜ਼ਿਕਰਯੋਗ ਹੈ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਵਾਧੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਕੰਪਨੀਆਂ ਦੇ ਵੱਲੋਂ ਕੋਵਿਡ-19 ਵੈਕਸੀਨ ਦੇ ਨਾਲ ਜੁੜੇ ਹੋਏ ਐਲਾਨ ਕੀਤੇ ਜਾ ਰਹੇ ਨੇ। ਪਰ 에ਅਰ ਕੈਨੇਡਾ ਵੱਲੋਂ ਜੋ ਟੀਕੇ ਬਾਰੇ ਐਲਾਨ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਰਮਚਾਰੀਆਂ ਦੇ ਲਈ ਕੋਵਿਡ-19 ਵੈਕਸੀਨ ਲਗਾਉਣੀ ਲਾਜ਼ਮੀ ਹੋਵੇਗੀ ਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਅਨਪੇਡ ਲੀਵ ਦੇ ਉੱਪਰ ਭੇਜ ਦਿੱਤਾ ਜਾਵੇਗਾ, ਜਿਸ ਦਾ ਮਤਲਬ ਹੈ ਕਿ 에ਅਰਲਾਈਨ ਵੱਲੋਂ ਟੈਸਟ ਦਾ ਆਪਸ਼ਨ ਆਪਣੇ ਕਰਮਚਾਰੀਆਂ ਨੂੰ ਨਹੀਂ ਦਿੱਤਾ ਗਿਆ। ਅਫਗਾਨਿਸਤਾਨ ਦੇ ਤਾਜ਼ਾ ਹਾਲਾਤਾਂ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਬਿਆਨ ਸਾਹਮਣੇ ਆਇਆ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕੈਨੇਡਾ ਦੇ ਕੋਲ ਇਵੈਕੂਏਸ਼ਨ ਦੇ ਵਾਸਤੇ ਘੱਟ ਸਮਾਂ ਬਚਿਆ ਹੈ, ਜਿਸ ਦਾ ਮਤਲਬ ਹੈ ਕਿ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਵੱਲੋਂ ਅਫਗਾਨਿਸਤਾਨ ਤੋਂ ਕਈ ਲੋਕਾਂ ਨੂੰ ਕੈਨੇਡਾ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਦੀ ਜਾਣਕਾਰੀ ਦੇ ਮੁਤਾਬਕ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਅਫਗਾਨ ਤੋਂ ਵਿਅਕਤੀਆਂ ਨੂੰ ਕੈਨੇਡਾ ਲਿਆਂਦਾ ਜਾਵੇ। ਇਸ ਦੀ ਜਾਣਕਾਰੀ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਵੀ ਸਾਂਝੀ ਕੀਤੀ ਗਈ ਹੈ। ਅਫਗਾਨਿਸਤਾਨ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੈਨੇਡਾ ਵੱਲੋਂ ਅਫਗਾਨਿਸਤਾਨ ਦੇ ਲਈ ਜੋ ਇਵੈਕੂਏਸ਼ਨ ਫੇਜ਼ ਚਲਾਇਆ ਜਾ ਰਿਹਾ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਖਤਮ ਹੋ ਜਾਵੇਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਵੱਲੋਂ ਹਰ ਉਹ ਸੰਭਵ ਚੀਜ਼ ਕੀਤੀ ਜਾਵੇਗੀ ਜੋ ਉਹ ਕਰ ਸਕਦੇ ਨੇ। ਉਹਨਾਂ ਦੀ ਕੋਸ਼ਿਸ਼ ਹੋਵੇਗੀ ਕਿ ਅਫਗਾਨਿਸਤਾਨ ਤੋਂ ਵੱਧ ਜਾਣਿਆਂ ਨੂੰ ਕੈਨੇਡਾ ਲਿਆਂਦਾ ਜਾਵੇ। ਇਸ ਦੇ ਨਾਲ ਹੀ ਟਰੂਡੋ ਦਾ ਕਹਿਣਾ ਹੈ ਕਿ ਇਵੈਕੂਏਸ਼ਨ ਫੇਜ਼ ਖਤਮ ਹੋਣ ਤੋਂ ਬਾਅਦ ਵੀ ਉਹਨਾਂ ਵੱਲੋਂ ਆਪਣਾ ਕੰਮ ਬੰਦ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਉਹ ਇੰਟਰਨੈਸ਼ਨਲ ਕਮਿਊਨਿਟੀ ਦੇ ਨਾਲ ਮਿਲ ਕੇ ਤਾਲਿਬਾਨ ਦੇ ਉੱਪਰ ਪ੍ਰੈਸ਼ਰ ਪਾਉਣਗੇ ਤਾਂ ਕਿ ਇੱਥੋਂ ਲੋਕਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦਿੱਤੀ ਜਾ ਸਕੇ। ਇਸ ਬਾਰੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਜੋ ਅਪਡੇਟ ਦਿੱਤੀ ਗਈ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਯੂਨਾਈਟਿਡ ਸਟੇਟਸ ਦੇ ਵੱਲੋਂ ਆਖਿਰ ਦੇ ਵਿੱਚ ਛੱਡਿਆ ਜਾਵੇਗਾ। ਉਹਨਾਂ ਕਿਹਾ ਕਿ ਕੈਨੇਡਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਲੋਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਇਸੇ ਪ੍ਰੈਸ ਕਾਨਫਰੰਸ ਦੇ ਦੌਰਾਨ ਕੈਨੇਡਾ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੋ ਕਾਬੂਲ ਤੋਂ ਮੰਗਲਵਾਰ ਨੂੰ ਕੈਨੇਡਾ ਉਡਾਨ ਪਹੁੰਚੀ ਉਸ ਦੇ ਵਿੱਚ ਸਭ ਤੋਂ ਵੱਧ ਜਾਣਿਆਂ ਨੂੰ ਇਵੈਕੂਏਟ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਮੰਗਲਵਾਰ ਦੀ ਉਡਾਨ ਦੇ ਰਾਹੀਂ 535 ਦੇ ਕਰੀਬ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਓਟੂਲ ਦੇ ਉੱਪਰ ਨਿਸ਼ਾਨਾ ਸਾਧਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਓਟੂਲ ਦੀ ਸੱਚਾਈ ਸਾਹਮਣੇ ਆ ਗਈ ਹੈ ਜੋ ਉਹਨਾਂ ਵੱਲੋਂ ਪ੍ਰੋਫਿਟ ਹੈਲਥ ਕੇਅਰ ਦੇ ਵਾਸਤੇ ਜਾਣਕਾਰੀ ਦਿੱਤੀ ਗਈ। ਇਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਨ ਓਟੂਲ ਦੇ ਉੱਪਰ ਨਿਸ਼ਾਨਾ ਸਾਧਿਆ ਗਿਆ ਹੈ। ਐਰਨ ਓਟੂਲ ਵੱਲੋਂ ਜੋ ਪ੍ਰੋਫਿਟ ਹੈਲਥ ਕੇਅਰ ਵਾਸਤੇ ਐਲਾਨ ਕੀਤਾ ਗਿਆ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਓਟੂਲ ਵੱਲੋਂ ਇਹ ਦੱਸ ਹੀ ਦਿੱਤਾ ਗਿਆ ਕਿ ਉਹ ਪ੍ਰਾਈਵੇਟ ਪ੍ਰੋਫਿਟ ਹੈਲਥ ਕੇਅਰ ਕੈਨੇਡਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਨੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪਬਲਿਕ ਹੈਲਥ ਕੇਅਰ ਸੈਕਟਰ ਨੂੰ ਸਟਰੈਂਥਨ ਕਰਨਾ ਚਾਹੁੰਦੀ ਹੈ। ਇਸੇ ਕਾਰਨ ਉਹਨਾਂ ਵੱਲੋਂ ਡਾਕਟਰਸ ਅਤੇ ਨਰਸਿਸ ਦੇ ਵਿੱਚ ਇਨਵੈਸਟ ਕੀਤਾ ਜਾ ਰਿਹਾ ਹੈ। So after days of avoiding it, Aaron O'Toole confirmed he wants to bring private, for-profit healthcare to Canada. He said he supports choice in healthcare, which means letting the wealthiest pay to jump ahead in line. We believe in strengthening universal public healthcare for everyone. That's why we're investing in more doctors and nurses, shorter wait times, and better healthcare. Conservative cuts would take us backwards. Let's keep moving forward. ਕਿਊਬਿਕ ਵੱਲੋਂ ਆਪਣੇ ਨਵੇਂ ਅਰੀਮਾ ਡਰਾ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਨੇ। ਕਿਊਬਿਕ ਦੇ ਵੱਲੋਂ ਜੋ ਤਾਜ਼ਾ ਅਰੀਮਾ ਡਰਾ ਕੱਢਿਆ ਗਿਆ ਇਸ ਦੇ ਵਿੱਚ 502 ਉਮੀਦਵਾਰਾਂ ਨੂੰ ਸੱਦੇ ਹਾਸਲ ਹੋਏ। ਕਿਊਬਿਕ ਵੱਲੋਂ ਅਗਸਤ 19 ਨੂੰ ਆਪਣੇ ਨਵੇਂ ਅਰੀਮਾ ਡਰਾ ਦਾ ਐਲਾਨ ਕੀਤਾ ਗਿਆ। ਇਸ ਡਰਾ ਦੇ ਵਿੱਚ ਪ੍ਰੋਵਿੰਸ ਵੱਲੋਂ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਕਿਊਬਿਕ ਵੱਲੋਂ ਜੋ ਤਾਜ਼ਾ ਅਰੀਮਾ ਡਰਾ ਕੱਢਿਆ ਗਿਆ ਇਸ ਦੇ ਵਿੱਚ 502 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਕਿਊਬਿਕ ਵੱਲੋਂ ਜੋ ਪਿਛਲਾ ਅਰੀਮਾ ਡਰਾ ਕੱਢਿਆ ਗਿਆ ਸੀ ਉਸ ਦੇ ਵਿੱਚ ਰਿਕਾਰਡ ਤੋੜ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਡਰਾ ਦੇ ਤਹਿਤ ਇਨਵੀਟੇਸ਼ਨ ਹਾਸਲ ਕਰਨ ਦੇ ਲਈ ਉਮੀਦਵਾਰਾਂ ਦੇ ਕੋਲ ਘੱਟੋ-ਘੱਟ 548 ਸਕੋਰਸ ਦੀ ਜ਼ਰੂਰਤ ਸੀ। ਜਾਣਕਾਰੀ ਲਈ ਦੱਸ ਦਈਏ ਕਿ ਕਿਊਬਿਕ ਵੱਲੋਂ ਜੋ ਅਰੀਮਾ ਡਰਾ ਕੱਢਿਆ ਜਾਂਦਾ ਹੈ ਇਸ ਦੇ ਵਿੱਚ ਕੁਝ ਖਾਸ ਆਕੂਪੇਸ਼ਨ ਦੇ ਨਾਲ ਜੁੜੇ ਹੋਏ ਉਮੀਦਵਾਰਾਂ ਨੂੰ ਹੀ ਇਨਵੀਟੇਸ਼ਨ ਦਿੱਤੇ ਜਾਂਦੇ ਨੇ। ਜਿਸ ਆਕੂਪੇਸ਼ਨ ਅਧੀਨ ਸੱਦੇ ਜਾਰੀ ਕੀਤੇ ਜਾਂਦੇ ਨੇ ਉਹਨਾਂ ਦੇ ਨਾਮ ਕੁਝ ਇਸ ਪ੍ਰਕਾਰ ਹਨ: Computer and Information Systems Managers, Electrical and Electronics Engineers, Industrial and Manufacturing Engineers, Computer Engineers, Information Systems Analyst and Consultants, Database Analyst and Data Administrators, Software Engineers and Designers,
computer programmers and interactive media developers, web designers and developers, electrical and electronic engineering technologist and technician, computer network technicians, user support technician, information systems testing technicians, producers, directors, choreographers and related occupations, graphic arts technicians, graphic designers and illustrators, technical sales specialist, wholesale trade। ਦੱਸਣਯੋਗ ਹੈ ਕਿ ਕਿਊਬੈਕ ਦੇ ਵੱਲੋਂ ਹੁਣ ਤੱਕ ਜਿੰਨੇ ਵੀ ਡਰਾਅ ਕੱਢੇ ਗਏ, ਇਸ ਤੋਂ ਬਾਅਦ 1562 ਉਮੀਦਵਾਰਾਂ ਨੂੰ ਹੁਣ ਤੱਕ ਸੱਦੇ ਪ੍ਰੋਵਿੰਸ ਵੱਲੋਂ ਦਿੱਤੇ ਜਾ ਚੁੱਕੇ ਨੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਪੀਐਨਪੀ ਟੈਕ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਹਾਸਲ ਹੋਏ ਨੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਜੋ ਡਰਾਅ ਕੱਢਿਆ ਗਿਆ, ਇਸ ਦੇ ਵਿੱਚ 74 ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ। ਬ੍ਰਿਟਿਸ਼ ਕੋਲੰਬੀਆ ਵੱਲੋਂ ਪੀਐਨਪੀ ਟੈਕ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ 74 ਉਮੀਦਵਾਰਾਂ ਨੂੰ ਇਨਵੀਟੇਸ਼ਨ ਬ੍ਰਿਟਿਸ਼ ਕੋਲੰਬੀਆ ਵੱਲੋਂ ਜਾਰੀ ਕੀਤੇ ਗਏ। ਜਾਣਕਾਰੀ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਵੱਲੋਂ ਇਹ ਪੀਐਨਪੀ ਟੈਕ ਡਰਾਅ ਅਗਸਤ 24 ਨੂੰ ਐਲਾਨ ਕੀਤਾ ਗਿਆ, ਜਿੱਥੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ ਨੇ। ਜਿਹੜੇ ਉਮੀਦਵਾਰਾਂ ਨੂੰ ਇਸ ਡਰਾਅ ਦੇ ਵਿੱਚ ਇਨਵੀਟੇਸ਼ਨ ਮਿਲੇ, ਉਨ੍ਹਾਂ ਦੇ ਵਾਸਤੇ ਜ਼ਰੂਰੀ ਸੀ ਕਿ ਉਹ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਅਤੇ ਸਕਿੱਲਜ਼ ਇਮੀਗ੍ਰੇਸ਼ਨ ਕੈਟੇਗਰੀਜ਼ ਦੀ ਰਿਕੁਆਇਰਮੈਂਟ ਨੂੰ ਪੂਰਾ ਕਰਨ। ਤੇ ਜਿਹੜੇ ਉਮੀਦਵਾਰਾਂ ਨੂੰ ਸੱਦੇ ਹਾਸਲ ਹੋਏ ਨੇ, ਉਹ ਸਕਿੱਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਬ ਕੈਟੇਗਰੀ ਦੇ ਵਿੱਚੋਂ ਸਨ, ਜਿਨ੍ਹਾਂ ਨੂੰ ਘੱਟੋ-ਘੱਟ 80 ਸਕੋਰਸ ਦੀ ਜ਼ਰੂਰਤ ਸੀ। ਹੁਣ ਜਿਹੜੇ ਉਮੀਦਵਾਰਾਂ ਨੂੰ ਇਸ ਡਰਾਅ ਦੇ ਵਿੱਚ ਇਨਵੀਟੇਸ਼ਨ ਮਿਲੇ ਨੇ, ਉਹਨਾਂ ਕੋਲ 30 ਦਿਨ ਦਾ ਸਮਾਂ ਹੋਵੇਗਾ ਤਾਂ ਕਿ ਉਹ ਨੋਮੀਨੇਸ਼ਨ ਦੇ ਲਈ ਅਪਲਾਈ ਕਰ ਸਕਣ। ਜਾਣਕਾਰੀ ਦੇ ਲਈ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਪੀਐਨਪੀ ਟੈਕ ਡਰਾਅ ਮਈ 2017 ਦੇ ਵਿੱਚ ਲਾਂਚ ਕੀਤਾ ਗਿਆ। ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਵੱਲੋਂ ਲਗਾਤਾਰ ਕਈ ਡਰਾਅ ਕੱਢੇ ਗਏ, ਜਿਸ ਦੇ ਵਿੱਚ ਸਮੇਂ-ਸਮੇਂ ਦੇ ਉੱਪਰ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ। ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਸਾਲ 2021 ਦੌਰਾਨ ਬ੍ਰਿਟਿਸ਼ ਕੋਲੰਬੀਆ ਵੱਲੋਂ ਜਿੰਨੇ ਡਰਾਅ ਕੱਢੇ ਗਏ, ਇਸ ਦੇ ਵਿੱਚ 7000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ, ਜਿਸ ਦਾ ਮਤਲਬ ਹੈ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਹੁਣ ਤੱਕ ਜਿਹੜੇ ਡਰਾਅ ਕੱਢੇ ਗਏ, ਇਸ ਦੇ ਵਿੱਚ 7601 ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ। ਕੈਨੇਡਾ ਦੀ ਇੱਕ ਨਰਸ ਜੋ ਅਮਰੀਕਾ ਘੁੰਮਣ ਗਈ ਸੀ, ਪਰ ਇੱਥੇ ਉਸ ਵੱਲੋਂ ਗਲਤ ਟੈਸਟ ਕਰਵਾਇਆ ਗਿਆ। ਜਦੋਂ ਇਹ ਨਰਸ ਕੈਨੇਡਾ ਆਈ ਤਾਂ ਇੱਥੇ ਇਸ ਨੂੰ $6000 ਤੱਕ ਦਾ ਜੁਰਮਾਨਾ ਲਗਾਇਆ ਗਿਆ। ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਜਿਹੜੇ ਕੈਨੇਡੀਅਨਸ ਅਮਰੀਕਾ ਗਏ ਅਤੇ ਉਹਨਾਂ ਵੱਲੋਂ ਗਲਤ ਟੈਸਟ ਕਰਵਾਇਆ ਗਿਆ, ਜਿਸ ਦੇ ਕਾਰਨ ਉਹਨਾਂ ਨੂੰ ਜੁਰਮਾਨੇ ਲਗਾਏ ਗਏ ਹਨ। ਕਈ ਕੈਨੇਡੀਅਨ ਟਰੈਵਲਰਸ ਜੋ ਅਮਰੀਕਾ ਤੋਂ ਕੈਨੇਡਾ ਵਾਪਸ ਆ ਰਹੇ ਨੇ, ਉਹਨਾਂ ਵੱਲੋਂ ਗਲਤ ਕੋਵਿਡ-19 ਟੈਸਟ ਕਰਵਾਏ ਗਏ, ਜਿਸ ਦੇ ਚੱਲਦਿਆਂ ਉਹਨਾਂ ਨੂੰ $5700 ਤੱਕ ਦਾ ਜੁਰਮਾਨਾ ਲਗਾਇਆ ਗਿਆ। ਅਜਿਹਾ ਹੀ ਹੋਇਆ ਵੈਨਕੂਵਰ ਦੀ ਇੱਕ ਨਰਸ ਦੇ ਨਾਲ। ਇਸ ਨਰਸ ਦਾ ਨਾਮ ਨਾਰਥ ਹੈ, ਜੋ ਕਿ ਪੇਸ਼ੇ ਤੋਂ ਰਜਿਸਟਰਡ ਨਰਸ ਹੈ। ਪੈਂਡੈਮਿਕ ਦੇ ਦੌਰਾਨ ਕਾਫੀ ਲੰਬੇ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਇਸ ਨਰਸ ਵੱਲੋਂ ਫੈਸਲਾ ਕੀਤਾ ਗਿਆ ਕਿ ਉਹ ਛੁੱਟੀਆਂ ਦੇ ਉੱਪਰ ਜਾਣਾ ਚਾਹੁੰਦੀ ਹੈ। ਇਸ ਤੋਂ ਬਾਅਦ ਇਸ ਨਰਸ ਨੇ LA ਦੀ ਟਿਕਟ ਬੁੱਕ ਕਰਵਾਈ ਅਤੇ ਉਹ ਆਪਣੇ ਦੋਸਤ ਨੂੰ ਮਿਲਣ ਉੱਥੇ ਪਹੁੰਚੀ। ਜਦੋਂ ਇਸ ਨਰਸ ਨੇ ਵਾਪਸ ਕੈਨੇਡਾ ਆਉਣਾ ਸੀ ਤਾਂ ਉਹ ਕੋਰੋਨਾ ਪੋਜ਼ਿਟਿਵ ਹੋ ਗਈ। ਜਾਣਕਾਰੀ ਦੇ ਮੁਤਾਬਕ ਇਸ ਨਰਸ ਵੱਲੋਂ ਕੋਵਿਡ-19 ਵੈਕਸੀਨ ਦੇ 2 ਡੋਜ਼ ਹਾਸਲ ਕੀਤੇ ਗਏ, ਪਰ ਫਿਰ ਵੀ ਕੈਲੀਫੋਰਨੀਆ ਦੇ ਵਿੱਚ ਕਈ ਜਗ੍ਹਾ ਘੁੰਮਣ ਦੇ ਕਾਰਨ ਉਹ ਕੋਰੋਨਾ ਦਾ ਸ਼ਿਕਾਰ ਹੋ ਗਈ। ਇਸ ਤੋਂ ਬਾਅਦ ਇਸ ਨਰਸ ਵੱਲੋਂ 2 ਹਫ਼ਤਿਆਂ ਦੇ ਲਈ ਆਪਣੇ ਆਪ ਨੂੰ ਕੁਆਰੰਟਾਈਨ ਕੀਤਾ ਗਿਆ। ਜਦੋਂ ਉਹ ਕੋਰੋਨਾ ਵਾਇਰਸ ਤੋਂ ਰਿਕਵਰਡ ਹੋਈ ਤਾਂ ਉਸ ਵੱਲੋਂ ਇੱਕ ਹੋਰ ਕੋਵਿਡ-19 ਟੈਸਟ ਕਰਵਾਇਆ ਗਿਆ, ਜੋ ਕਿ ਨੈਗੇਟਿਵ ਸੀ। ਜਦੋਂ ਇਸ ਨਰਸ ਦੇ ਲਾਸ ਐਂਜਲਸ 에ਅਰਪੋਰਟ ਦੇ ਉੱਪਰ ਡਾਕੂਮੈਂਟ ਚੈੱਕ ਕੀਤੇ ਗਏ ਤਾਂ ਉਸ ਨੂੰ ਕਹਿ ਦਿੱਤਾ ਗਿਆ ਕਿ ਉਹ ਘਰ ਜਾ ਸਕਦੀ ਹੈ, ਪਰ 에ਅਰ ਕੈਨੇਡਾ ਵੱਲੋਂ ਇੱਕ ਸਟੇਟਮੈਂਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਪੈਸੇਂਜਰਸ ਨੂੰ ਕਿਹੜੇ ਟੈਸਟ ਕਰਵਾਉਣੇ ਚਾਹੀਦੇ ਹਨ। ਇਸ ਦੀ ਜਾਣਕਾਰੀ ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਪਰ ਦੱਸੀ ਹੈ, ਜਿਸ ਦਾ ਮਤਲਬ ਹੈ ਕਿ ਜੋ ਟੈਸਟ ਇਸ ਨਰਸ ਵੱਲੋਂ ਅਮਰੀਕਾ ਦੇ ਵਿੱਚ ਕਰਵਾਇਆ ਗਿਆ, ਉਹ ਕੈਨੇਡਾ ਅੰਦਰ ਵੈਲਿਡ ਨਹੀਂ ਸੀ। ਜਦੋਂ ਇਹ ਨਰਸ ਵੈਨਕੂਵਰ ਪਹੁੰਚੀ ਤਾਂ ਉਸ ਨੂੰ ਇਸ ਬਾਰੇ ਪਤਾ ਚੱਲਿਆ ਕਿ ਇੱਥੇ ਸਿਰਫ PCR ਟੈਸਟ ਹੀ ਅਸੈਪਟ ਕੀਤੇ ਜਾਂਦੇ ਨੇ। ਇਸ ਦਾ ਨਤੀਜਾ ਇਹ ਹੋਇਆ ਕਿ ਨਰਸ ਨੂੰ $5700 ਦਾ ਜੁਰਮਾਨਾ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ, ਜਿੱਥੇ ਕੈਨੇਡਾ ਵਾਪਸ ਆਉਣ ਵਾਲੇ ਯਾਤਰੀਆਂ ਵੱਲੋਂ ਗਲਤ ਟੈਸਟ ਕਰਵਾਇਆ ਗਿਆ, ਜਿਸ ਦੇ ਕਾਰਨ ਉਹਨਾਂ ਨੂੰ ਜੁਰਮਾਨੇ ਲਗਾਏ ਗਏ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵੱਲੋਂ ਐਲਾਨ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਨੂੰ ਹੁਣ ਕਲਾਸਰੂਮ ਦੇ ਵਿੱਚ ਮਾਸਕ ਪਾਉਣੇ ਜ਼ਰੂਰੀ ਹੋਣਗੇ। ਇਹ ਐਲਾਨ ਤੋਂ ਬਾਅਦ ਮਾਹਿਰਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਸੂਬਿਆਂ ਵੱਲੋਂ ਵਧੀਆ ਕਦਮ ਚੁੱਕਿਆ ਗਿਆ, ਜੋ ਉਹਨਾਂ ਵੱਲੋਂ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਐਲਾਨ ਕੀਤਾ ਗਿਆ। ਕੈਨੇਡਾ ਦੇ ਕਈ ਸੂਬਿਆਂ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਵਿਦਿਆਰਥੀਆਂ ਦੇ ਵਾਸਤੇ ਸਕੂਲਾਂ ਦੇ ਵਿੱਚ ਮਾਸਕ ਪਾਉਣਾ ਲਾਜ਼ਮੀ ਹੋਵੇਗਾ, ਜਿਸ ਤੋਂ ਬਾਅਦ ਮਾਹਿਰਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ।
ਇਨ੍ਹਾਂ ਐਕਸਪਰਟਸ ਦਾ ਮੰਨਣਾ ਹੈ ਕਿ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਜੋ ਵੱਖ-ਵੱਖ ਸੂਬਿਆਂ ਨੇ ਐਲਾਨ ਕੀਤਾ ਹੈ, ਇਹ ਬਿਲਕੁਲ ਠੀਕ ਫੈਸਲਾ ਹੈ। ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਵੱਲੋਂ ਇੰਡੋਰ ਸਪੇਸਿਸ ਦੇ ਵਾਸਤੇ ਮਾਸਕ ਨੂੰ ਇੱਕ ਵਾਰ ਫਿਰ ਤੋਂ ਲਾਜ਼ਮੀ ਕਰ ਦਿੱਤਾ ਗਿਆ। ਬ੍ਰਿਟਿਸ਼ ਕੋਲੰਬੀਆ ਵੱਲੋਂ ਜੋ 2 ਮਹੀਨੇ ਪਹਿਲਾਂ ਮਾਸਕ ਦੇ ਨਾਲ ਸੰਬੰਧਿਤ ਐਲਾਨ ਕੀਤਾ ਗਿਆ, ਇਸ ਦੇ ਵਿੱਚ ਉਨ੍ਹਾਂ ਵੱਲੋਂ ਹੁਣ ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਦੇਖਦਿਆਂ ਬਦਲਾਵ ਕੀਤਾ ਗਿਆ। ਮੈਨੀਟੋਬਾ ਵੱਲੋਂ ਵੀ ਕੁਝ ਅਜਿਹਾ ਪ੍ਰੋਵਿੰਸ ਦੇ ਵਾਸਤੇ ਐਲਾਨ ਕਰ ਦਿੱਤਾ ਗਿਆ। ਇਸ ਦੇ ਨਾਲ ਕਿਊਬੈਕ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਕਲਾਸਾਂ ਦੇ ਵਿੱਚ ਮਾਸਕ ਪਾਉਣਾ ਜ਼ਰੂਰੀ ਹੋਵੇਗਾ, ਜੋ ਕਿ ਐਲੀਮੈਂਟਰੀ ਅਤੇ ਹਾਈ ਸਕੂਲ ਵਿਦਿਆਰਥੀਆਂ ਦੇ ਵਾਸਤੇ ਕਿਊਬੈਕ ਦੇ ਵੱਲੋਂ ਐਲਾਨ ਕੀਤਾ ਗਿਆ। ਇਨ੍ਹਾਂ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੀ ਚੌਥੀ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਅਮਰੀਕਾ ਦੇ ਕਈ ਸੂਬਿਆਂ ਦੇ ਵਿੱਚ ਮਾਸਕ ਨੂੰ ਹਟਾ ਦਿੱਤਾ ਗਿਆ, ਜਿੱਥੇ ਵਿਦਿਆਰਥੀਆਂ ਦੇ ਲਈ ਮਾਸਕ ਪਾਉਣਾ ਜ਼ਰੂਰੀ ਨਹੀਂ ਸੀ, ਪਰ ਉਸ ਤੋਂ ਬਾਅਦ ਇਹ ਦੇਖਿਆ ਗਿਆ ਕਿ ਇੱਥੇ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੋਏ ਨਜ਼ਰ ਆਏ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਜੋ ਮਾਸਕ ਦੇ ਨਾਲ ਸੰਬੰਧਿਤ ਐਲਾਨ ਕੀਤਾ ਗਿਆ ਹੈ, ਇਹ ਬਿਲਕੁਲ ਉਨ੍ਹਾਂ ਵੱਲੋਂ ਚੰਗਾ ਕਦਮ ਚੁੱਕਿਆ ਗਿਆ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਦਿਖਾਈ ਦੇ ਰਹੇ ਨੇ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ, ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਕੀ ਮੌਜੂਦਾ ਹਾਲਾਤ ਨੇ, ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ontario ਤੋਂ 24 ਘੰਟਿਆਂ ਦੌਰਾਨ 660 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 24 ਘੰਟਿਆਂ ਦੌਰਾਨ ontario ਦੇ ਵਿੱਚ 572 ਮਰੀਜ਼ ਕੋਵਿਡ-19 ਤੋਂ ਰਿਕਵਰ ਹੋਏ ਨੇ ਅਤੇ ਇਸ ਦੇ ਨਾਲ ਹੀ ਇੱਕ ਜਾਨ ਇਸ ਵਾਇਰਸ ਦੇ ਕਾਰਨ ਚਲੀ ਗਈ। ontario ਤੋਂ ਜੋ 24 ਘੰਟਿਆਂ ਦੌਰਾਨ ਮਾਮਲੇ ਸਾਹਮਣੇ ਆਏ, ਇਹਨਾਂ ਵਿੱਚੋਂ 398 ਅਨਵੈਕਸੀਨੇਟਡ, 74 ਪਾਰਸ਼ਲੀ ਵੈਕਸੀਨੇਟਡ ਅਤੇ 135 ਫੁੱਲੀ ਵੈਕਸੀਨੇਟਡ ਸ਼ਾਮਿਲ ਨੇ। ਇਸ ਸਮੇਂ ontario ਦੇ ਵਿੱਚ 5140 ਐਕਟਿਵ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਹੈ, ਜੋ ਕਿ ਬੀਤੇ 24 ਘੰਟਿਆਂ ਦੌਰਾਨ 5053 ਸੀ। ਇਸ ਦੇ ਨਾਲ ਹੀ ontario ਦੇ ਵਿੱਚ ਇਸ ਸਮੇਂ 283 ਮਰੀਜ਼ ਹਸਪਤਾਲ ਦੇ ਵਿੱਚ ਨੇ ਅਤੇ ਇੰਟੈਂਸਿਵ ਕੇਅਰ ਅਧੀਨ 130 ਮਰੀਜ਼ਾਂ ਦੀ ਗਿਣਤੀ ਹੈ। ਜਾਣਕਾਰੀ ਦੇ ਮੁਤਾਬਕ ਟੋਰਾਂਟੋ ਤੋਂ 151, ਪੀਲ ਰੀਜਨ ਤੋਂ 52, ਯਾਰਕ ਰੀਜਨ ਤੋਂ 93 ਮਾਮਲੇ ਸਾਹਮਣੇ ਆਏ ਹਨ। ontario ਤੋਂ ਹੁਣ ਤੱਕ 5,61,297 ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਹੁਣ ਤੱਕ 9,472 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਕਿਊਬੈਕ ਤੋਂ 24 ਘੰਟਿਆਂ ਦੌਰਾਨ 550 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ ਇੱਕ ਜਾਨ ਇਸ ਵਾਇਰਸ ਦੇ ਕਾਰਨ ਗਈ ਹੈ। ਹੁਣ ਤੱਕ ਇਸ ਪ੍ਰੋਵਿੰਸ ਦੇ ਵਿੱਚ 3,86,015 ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,284 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਇਸ ਦੇ ਨਾਲ ਹੀ ਹਸਪਤਾਲ ਦੇ ਵਿੱਚ 110 ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 33 ਇੰਟੈਂਸਿਵ ਕੇਅਰ ਅਧੀਨ ਹਨ। ਪ੍ਰੋਵਿੰਸ ਦੇ ਵਿੱਚ 86% ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 77% ਆਬਾਦੀ ਨੂੰ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਲੱਗ ਚੁੱਕੀਆਂ ਨੇ। ਮੈਨੀਟੋਬਾ ਦੇ ਵਿੱਚ ਵੀ ਹੁਣ ਕਰੋਨਾ ਵਾਇਰਸ ਦੇ ਵਾਧੇ ਮਾਮਲੇ ਦਿਖਾਈ ਦੇ ਰਹੇ ਨੇ, ਜਿੱਥੇ 24 ਘੰਟਿਆਂ ਦੌਰਾਨ 100 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੈਨੇਡਾ ਦੇ ਵਿੱਚ ਹੁਣ ਤੱਕ 14.8 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਹੁਣ ਤੱਕ 26,852 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਇਸੇ ਦੇ ਨਾਲ ਹੀ ਦੱਸ ਦਈਏ ਕਿ ਕੈਨੇਡਾ ਦੇ ਵਿੱਚ 14.3 ਮਿਲੀਅਨ ਦੇ ਕਰੀਬ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ, ਜਿਸ ਦਾ ਮਤਲਬ ਹੈ ਕਿ ਇਹ ਉਹ ਗਿਣਤੀ ਹੈ ਜਿਨ੍ਹਾਂ ਵੱਲੋਂ ਕਰੋਨਾ ਵਾਇਰਸ ਨੂੰ ਮਾਤ ਦਿੱਤੀ ਗਈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਜਗਮੀਤ ਸਿੰਘ ਕਰਨਗੇ ਫੋਨ ਅਤੇ ਇੰਟਰਨੈਟ ਬਿੱਲਾਂ ਦੇ ਵਿੱਚ ਕਟੌਤੀ। ਜਗਮੀਤ ਸਿੰਘ ਨੇ ਕਿਹਾ ਕਿ ਟਰੂਡੋ ਨੇ ਨਹੀਂ ਕੀਤੇ ਵਾਅਦੇ ਪੂਰੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਐਲਾਨ, ਜਾਣੋ ਕਿਹੜੇ ਟੈਕਸਾਂ ਦੇ ਵਿੱਚ ਹੋਵੇਗਾ ਵਾਧਾ। ਬਾਰਡਰ ਰਾਹੀਂ ਕੈਨੇਡਾ ਦੇ ਵਿੱਚ ਦਾਖਲ ਹੋਏ ਵੱਧ ਯਾਤਰੀ। ਕੈਨੇਡਾ ਆਉਣ ਵਾਲੇ ਅਮਰੀਕੀਆਂ ਦੀ ਵਧੀ ਗਿਣਤੀ। ਏਅਰ ਕੈਨੇਡਾ ਹੋਈ ਸਖਤ, ਹੁਣ ਮੰਨਣਾ ਹੋਵੇਗਾ ਨਿਯਮ। ਅਫਗਾਨਿਸਤਾਨ ਬਾਰੇ ਟਰੂਡੋ ਦਾ ਵੱਡਾ ਬਿਆਨ, ਕਿਹਾ ਹੁਣ ਕੈਨੇਡਾ ਦੇ ਕੋਲ ਬਚਿਆ ਹੈ ਘੱਟ ਸਮਾਂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।